ਅੱਜ ਦੀ ਕਹਾਣੀ ਸਸਪੈਂਸ ਸਟੋਰੀ ਹੈ। ਕਿਰਪਾ ਕਰਕੇ ਇਹਨੂੰ ਅੰਤ ਤੱਕ ਸੁਣਿਓ। ਕਹਾਣੀ ਦਾ ਨਾਮ ਹੈ ਹਾਦਸਾ। ਬਾਹਰ ਗਲੀ ਵਿੱਚ ਰੌਲਾ ਰੱਪਾ ਸੁਣ ਕੇ ਜਸਮੀਤ ਡਰ ਗਈ ਅਤੇ ਆਪਣੇ ਕਮਰੇ ਵਿੱਚ ਲੁਕ ਗਈ। ਹੋਲੀ ਵਾਲੇ ਦਿਨ ਮੁੰਡਿਆਂ ਦਾ ਇੱਕ ਵੱਡਾ ਟੋਲਾ ਢੋਲ ਵਜਾ ਕੇ ਆਪਣੀ ਹੀ ਮਸਤੀ ਵਿੱਚ ਡੀਜੇ ਤੇ ਗਾਣੇ ਲਗਾ ਕੇ ਸਾਰੀ ਗਲੀ ਵਿੱਚ ਹੋਲੀ ਹੈ ਦਾ ਰੌਲਾ ਪਾਉਂਦਾ ਲੰਘ ਰਿਹਾ ਸੀ। ਰੰਗ ਬਿਰੰਗੇ ਕੱਪੜੇ ਤੇ ਰੰਗ ਬਿਰੰਗੇ ਚਿਹਰੇ। ਉਹਨਾਂ ਚਿਹਰਿਆਂ ਤੇ ਰੰਗੇ ਰੰਗਾਂ ਕਾਰਨ ਕੋਈ ਵੀ ਆਸਾਨੀ ਨਾਲ ਪਛਾਣਿਆ ਨਹੀਂ ਜਾ ਸਕਦਾ ਸੀ। ਇੱਥੇ ਜਸਮੀਤ ਨੇ ਡਰ ਨਾਲ ਆਪਣੇ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਸੀ। ਹੁਣ ਉਹ ਪਹਿਲਾਂ ਵਾਂਗ ਡਰਦੀ ਨਹੀਂ ਹੈ, ਪਰ ਫਿਰ ਵੀ ਹਲੇ ਵੀ ਕਾਫੀ ਡਰ ਲੱਗਦਾ ਹੈ ਉਸਨੂੰ। ਜਸਮੀਤ ਦੀ ਆਵਾਜ਼ ਸੁਣ ਕੇ ਪਤਾ ਲੱਗਦਾ ਕਿ ਅੰਦਰੋਂ ਕੰਬ ਰਹੀ ਸੀ। ਕੁਝ ਸਾਲ ਪਹਿਲਾਂ ਤੱਕ ਜਸਮੀਤ ਇੰਨੀ ਘਬਰਾ ਜਾਂਦੀ ਸੀ ਕਿ ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣਾ ਪੈਂਦਾ ਸੀ, ਜਿੱਥੇ ਕਈ ਦਿਨਾਂ ਤੋਂ ਬਾਅਦ ਘਰ ਵਾਪਸ ਆਇਆ ਜਾਂਦਾ ਸੀ। ਅਜਿਹਾ ਨਹੀਂ ਹੈ ਕਿ ਜਸਮੀਤ ਬਚਪਨ ਤੋਂ ਹੀ ਅਜਿਹੀ ਸੀ। ਬਚਪਨ ਵਿੱਚ ਉਹ ਖੁਦ ਬਹੁਤ ਸ਼ਰਾਰਤੀ ਸੀ। ਹੋਲੀ ਵਾਲੇ ਦਿਨ ਉਹ ਪੂਰੀ ਤਰ੍ਹਾਂ ਸ਼ੈਤਾਨੀਆਂ ਕਰਦੀ ਸੀ। ਹੋਲੀ ਉਸਦਾ ਪਸੰਦੀਦਾ ਤਿਉਹਾਰ ਸੀ। ਕਈ ਦਿਨਾਂ ਤੋਂ ਉਹ ਹੋਲੀ ਦੀਆਂ ਤਿਆਰੀਆਂ ਕਰਨ ਲੱਗ ਜਾਂਦੀ ਸੀ। ਇਸ ਵਾਰ ਭੈਣ ਭਰਾਵਾਂ ਨਾਲ ਕਿਵੇਂ ਹੋਲੀ ਖੇਡਣੀ ਹੈ, ਕਦੋਂ ਕਿਸ ਨੂੰ ਪਾਣੀ ਵਿੱਚ ਸੁੱਟਣਾ ਹੈ ਤੇ ਕਦੋਂ ਗੁਬਾਰੇ ਮਾਰਨੇ ਹਨ, ਉਹ ਇਸ ਤਰ੍ਹਾਂ ਦੀ ਯੋਜਨਾ ਬਣਾਉਂਦੀ ਸੀ ਅਤੇ ਹੋਲੀ ਵਾਲੇ ਦਿਨ ਇਸ ਸਕੀਮ ਦੀ ਪੂਰੀ ਫਿਲਮ ਦੇਖਣ ਨੂੰ ਮਿਲਦੀ ਸੀ। ਉਸਦੀ ਦਾਦੀ ਉਸਨੂੰ ਹਮੇਸ਼ਾ ਡਾਂਟਦੀ ਸੀ ਤੇ ਹਮੇਸ਼ਾ ਕਹਿੰਦੀ ਸੀ, ਪਤਾ ਨਹੀਂ ਕਦੋਂ ਇਸ ਕੁੜੀ ਨੂੰ ਸਮਝ ਆਵੇਗੀ, ਇਹ ਤਾਂ ਊਂਠ ਜਿੰਨੀ ਹੋ ਗਈ ਹੈ ਪਰ ਸਿਆਣੀ ਨਹੀਂ ਹੁੰਦੀ, ਕੱਲ ਨੂੰ ਇਹ ਸਹੁਰੇ ਘਰ ਜਾ ਕੇ ਮੇਰਾ ਨੱਕ ਵਢਾ ਦੇਵੇਗੀ। ਅਤੇ ਇਹ ਸਭ ਸੁਣ ਕੇ ਜਸਮੀਤ ਫੌਰਨ ਉੱਥੋਂ ਭੱਜ ਜਾਂਦੀ ਸੀ। ਜਸਮੀਤ ਹੁਣ 20 ਸਾਲ ਦੀ ਹੋ ਗਈ ਸੀ। ਸਾਰੀਆਂ ਕੁੜੀਆਂ ਵਾਂਗ ਉਸਦੇ ਵਿਆਹ ਦੀਆਂ ਵੀ ਚਰਚਾਵਾਂ ਸਨ। ਹੁਣੇ ਸੁਣ ਕੇ ਉਹ ਸ਼ਰਮਾਉਣ ਲੱਗ ਜਾਂਦੀ ਸੀ, ਪਰ ਸ਼ਰਾਰਤ ਹੁਣ ਵੀ ਘੱਟ ਨਹੀਂ ਹੋਈ ਸੀ। ਇੱਕ ਦਿਨ ਗਿੱਲ ਸਾਹਿਬ ਆਪਣੇ ਬੇਟੇ ਗੁਰਜੋਤ ਲਈ ਜਸਮੀਤ ਨੂੰ ਦੇਖਣ ਆਏ। ਫਿਰ ਉਸਨੇ ਸੋਚਿਆ ਕਿ ਸੋਚਣ ਦੀ ਕੀ ਲੋੜ ਹੈ, ਜੋ ਹੋਏਗਾ ਚੰਗਾ ਹੀ ਹੋਏਗਾ, ਆਪਣੀ ਮੌਜ ਵਿੱਚ ਹੀ ਖੁਸ਼ ਰਹੋ। ਜਦੋਂ ਜਸਮੀਤ ਦੀ ਮਾਂ ਉਸਨੂੰ ਥੋੜਾ ਜਿਹਾ ਸਜਾ ਕੇ ਗਿੱਲ ਸਾਹਿਬ ਦੇ ਸਾਹਮਣੇ ਲੈ ਆਈ ਤਾਂ ਗਿੱਲ ਸਾਹਿਬ ਵੀ ਹੱਸ ਪਏ। ਹੱਸਦੇ ਹੋਏ ਉਹਨਾਂ ਨੇ ਕਿਹਾ, ਇਹੀ ਤਾਂ ਮੈਨੂੰ ਘਰ ਲੈ ਕੇ ਆਈ ਹੈ। ਅੱਛਾ, ਇਹੀ ਸਾਡੀ ਹੋਣ ਵਾਲੀ ਨੂੰਹ ਹੈ, ਪਰ ਮੈਂ ਇਸ ਨੂੰ ਇਸ ਦੇ ਨਾਂ ਨਾਲ ਨਹੀਂ ਬੁਲਾਵਾਂਗਾ। ਘੱਟੋ ਘੱਟ ਆਪਣਾ ਚੰਗਾ ਨਾਮ ਤਾਂ ਦੱਸੂਗੀ। ਉੱਥੇ ਮੈਨੂੰ ਕਹਿੰਦੀ ਸੀ ਮੇਰਾ ਨਾਮ ਹੈ ਜੱਸੋ। ਉਹ ਹੌਲੀ ਜਿਹੀ ਬੋਲੀ, ਜਸਮੀਤ ਬੇਟਾ ਤੁਹਾਡੇ ਵਾਂਗ ਬਹੁਤ ਪਿਆਰਾ ਨਾਮ ਹੈ। ਅਤੇ ਫਿਰ ਉਸ ਦਾ ਵਿਆਹ ਗੁਰਜੋਤ ਨਾਲ ਹੋ ਗਿਆ। ਉਹ ਆਪਣੇ ਨਵੇਂ ਘਰ ਸਹੁਰੇ ਘਰ ਬਹੁਤ ਖੁਸ਼ ਸੀ। ਉਹੀ ਪ੍ਰੇਮ ਉਹੀ ਪਿਆਰ ਸਭ ਨੇ ਦਿੱਤਾ। ਉਸਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਉਹ ਕਿਸੇ ਹੋਰ ਘਰ ਆ ਗਈ ਹੈ। ਜਿਵੇਂ ਦੇ ਸਹੁਰੇ ਉਹ ਸੋਚਦੀ ਸੀ ਕਿ ਸਹੁਰੇ ਘਰ ਨੂੰ ਅਜਿਹਾ ਹੋਣਾ ਚਾਹੀਦਾ ਹੈ, ਉਸੇ ਤਰ੍ਹਾਂ ਦੇ ਸਹੁਰੇ ਉਸਨੂੰ ਮਿਲੇ। ਪਰ ਅੱਜ ਉਹ ਆਪਣੇ ਕਮਰੇ ਵਿੱਚ ਬੰਦ ਹੈ ਅਤੇ ਆਪਣੇ ਆਪ ਵਿੱਚ ਗੁਆਚੀ ਹੋਈ ਹੈ। ਗਲੀ ਵਿੱਚ ਹੋਲੀ ਦੀ ਗੁੰਡਾਗਰਦੀ ਸ਼ਾਇਦ ਹੋਰ ਵੱਧ ਗਈ ਹੈ। ਹੁੱਲੜਬਾਜ਼ੀ ਦੀਆਂ ਆਵਾਜ਼ਾਂ ਹੁਣ ਹੋਰ ਸਪਸ਼ਟ ਤੇ ਤੇਜ਼ ਸੁਣਾਈ ਦੇਣ ਲੱਗ ਪਈਆਂ ਸਨ। ਜਿਵੇਂ ਜਿਵੇਂ ਆਵਾਜ਼ਾਂ ਨੇੜੇ ਆਉਂਦੀਆਂ ਗਈਆਂ, ਜਸਮੀਤ ਦੀ ਧੜਕਣ ਵੱਧਦੀ ਗਈ, ਉਸਦੀ ਬੇਚੈਨੀ ਵੱਧਦੀ ਗਈ। ਉਹ ਹੌਲੀ ਹੌਲੀ ਆਪਣੇ ਕਮਰੇ ਵਿੱਚ ਜਾਣ ਲੱਗੀ। ਕਮਰੇ 'ਚ ਤੁਰਦੇ ਫਿਰਦੇ ਉਹ ਇੱਕ ਵਾਰ ਫਿਰ ਉਹੀ ਯਾਦਾਂ ਦੇ ਉਜਾੜ ਵਿੱਚ ਭਟਕਣ ਲੱਗ ਪਈ। ਗੁਰਜੋਤ ਨਾਲ ਉਸਨੇ ਕਿੰਨੀ ਜ਼ਿੱਦ ਕੀਤੀ ਸੀ ਕਿ ਉਹ ਵੀ ਪੱਕਾ ਰੰਗ ਲਗਾਵੇਗੀ। ਗੁਰਜੋਤ ਉਸਨੂੰ ਸਿਰਫ ਗੁਲਾਲ ਵਰਤਣ ਦੀ ਮੰਗ ਕਰ ਰਿਹਾ ਸੀ, ਕਿਉਂਕਿ ਉਸਦਾ ਮੰਨਣਾ ਸੀ ਕਿ ਸਾਨੂੰ ਪਾਣੀ ਦੇ ਨਾਲ ਨਾਲ ਵਾਤਾਵਰਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਪਰ ਜਸਮੀਤ ਨੇ ਕਿਹਾ, ਹਾਂ ਠੀਕ ਹੈ, ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਤੇ ਵਾਅਦਾ ਕਰਦੀ ਹਾਂ ਕਿ ਮੈਂ ਹਫ਼ਤੇ ਵਿੱਚ ਇੱਕ ਦਿਨ ਨਹਾਏ ਬਿਨਾਂ ਇਸ ਪਾਣੀ ਦੀ ਭਰਪਾਈ ਕਰਾਂਗੀ, ਪਰ ਮੈਂ ਹੁਣ ਸਿਰਫ ਠੋਸ ਰੰਗਾਂ ਨਾਲ ਹੀ ਹੋਲੀ ਖੇਡਾਂਗੀ। ਜਸਮੀਤ ਦੀ ਜ਼ਿੱਦ ਅਤੇ ਉਸਦਾ ਮਨ ਬਣਾਈ ਰੱਖਣ ਲਈ ਉਹ ਦੋਵੇਂ ਬਾਜ਼ਾਰ ਵਿੱਚ ਜਾ ਕੇ ਚਮਕੀਲਾ ਲਾਲ ਰੰਗ ਲੈ ਆਏ। ਜਸਮੀਤ ਬਹੁਤ ਖੁਸ਼ ਸੀ। ਉਸਨੇ ਸਾਰਿਆਂ ਲਈ ਗੋਭੀ ਦੇ ਪਕੌੜੇ ਤਲੇ ਅਤੇ ਮਾਹੌਲ ਨੂੰ ਹੋਰ ਰੰਗੀਨ ਬਣਾਉਣ ਲਈ ਭੰਗ ਵਾਲੇ ਕੁਝ ਪਕੌੜੇ ਵੀ ਸ਼ਾਮਿਲ ਕੀਤੇ। ਜਸਮੀਤ ਨੇ ਹਾਸੇ ਮਜ਼ਾਕ 'ਚ ਸਾਰੇ ਪਕੌੜੇ ਇਕੱਠੇ ਰਲਾ ਦਿੱਤੇ। ਉਹ ਦੋਨੋਂ ਹੁਣ ਆਪ ਵੀ ਨਹੀਂ ਜਾਣਦੇ ਸਨ ਕਿ ਹੁਣ ਕਿਹੜੇ ਪਕੌੜੇ ਵੱਖਰੇ ਹਨ। ਆਪਣੀ ਮੌਜ ਮਸਤੀ ਵਿੱਚ ਕੁਝ ਰੋਮਾਂਟਿਕ ਹੋ ਗਏ। ਜਸਮੀਤ ਗੁਰਜੋਤ ਦੇ ਨੇੜੇ ਆ ਗਈ। ਗੁਰਜੋਤ ਨੇ ਪਿਆਰ ਨਾਲ ਜਸਮੀਤ ਨੂੰ ਲੱਕ ਤੋਂ ਫੜ ਕੇ ਆਪਣੇ ਵੱਲ ਖਿੱਚ ਲਿਆ। ਗੁਰਜੋਤ ਜਸਮੀਤ ਦੀ ਖੁਸ਼ਬੂ 'ਚ ਮਦਹੋਸ਼ ਹੋ ਰਿਹਾ ਸੀ ਅਤੇ ਸਮਾਂ ਦੇਖਦੇ ਹੀ ਜਸਮੀਤ ਨੇ ਪੱਕੇ ਲਾਲ ਰੰਗ ਦਾ ਪੂਰਾ ਮੱਗ ਗੁਰਜੋਤ ਤੇ ਪਾ ਦਿੱਤਾ ਅਤੇ ਉੱਚੀ ਉੱਚੀ ਰੌਲਾ ਪਾਉਣ ਲੱਗ ਗਈ, ਹੋਲੀ ਹੈ ਜੀ, ਹੋਲੀ ਹੈ। ਇਸ ਤਰ੍ਹਾਂ ਦੋਵੇਂ ਪੂਰੀ ਮਸਤੀ ਨਾਲ ਗਲੀ 'ਚ ਨਿਕਲੇ, ਜਿੱਥੇ ਲੋਕ ਪਹਿਲਾਂ ਹੀ ਜਸਮੀਤ ਭਾਬੀ ਦਾ ਇੰਤਜ਼ਾਰ ਕਰ ਰਹੇ ਸਨ। ਕਿਉਂਕਿ ਪਿਛਲੀ ਹੋਲੀ ਜਸਮੀਤ ਭਾਬੀ ਦੀ 5ਵੀਂ ਹੋਲੀ ਸੀ, ਪਰ ਆਖਰੀ ਵਾਰ ਜਸਮੀਤ ਨੇ ਮਸਤੀ ਕਰਨ 'ਚ ਕੋਈ ਕਸਰ ਨਹੀਂ ਛੱਡੀ ਸੀ।
ਇਸੇ ਲਈ ਗਲੀ ਦੇ ਸਾਰੇ ਮੁੰਡੇ ਕੁੜੀਆਂ ਭਾਬੀ ਦੀ ਉਡੀਕ ਕਰ ਰਹੇ ਸਨ। ਜਸਮੀਤ ਵੀ ਗੁਰਜੋਤ ਦੇ ਨਾਲ ਪੂਰੀ ਮਸਤੀ ਦੇ ਮੂਡ ਵਿੱਚ ਸੀ। ਹਰ ਕਿਸੇ ਦੇ ਚਿਹਰੇ ਰੰਗੇ ਹੋਏ ਸਨ। ਚਿਹਰਾ ਦੇਖ ਕੇ ਵੀ ਪਛਾਣਨਾ ਔਖਾ ਸੀ ਕਿਉਂਕਿ ਸਾਰੇ ਸ਼ੋਰ ਵੀ ਇੱਕੋ ਜਿਹਾ ਪਾ ਰਹੇ ਸੀ। ਅਚਾਨਕ ਇੱਕ ਚੀਕ ਦੀ ਆਵਾਜ਼ ਆਈ। ਜਸਮੀਤ ਨੇ ਆਵਾਜ਼ ਤੋਂ ਹੀ ਪਛਾਣ ਲਿਆ ਸੀ ਕਿ ਇਹ ਗੁਰਜੋਤ ਸੀ ਅਤੇ 3 ਲੋਕ ਉਸ ਤੇ ਚਾਕੂਆਂ ਨਾਲ ਵਾਰ ਕਰ ਰਹੇ ਸਨ। ਜਸਮੀਤ ਇਹ ਦੇਖ ਸਦਮੇ 'ਚ ਉੱਥੇ ਹੀ ਜਾਮ ਹੋ ਗਈ। ਉਹਦੇ ਹੱਥ ਪੈਰ ਸੁੰਨ ਹੋ ਗਏ ਤੇ ਲੱਤਾਂ ਨੂੰ ਜੰਜੀਰਾਂ ਨੇ ਜਕੜ ਲਿਆ। ਉਸਨੇ ਬਹੁਤ ਵੱਡਾ ਹੌਕਾ ਭਰਿਆ। ਉਹ ਬੁੱਤ ਵਾਂਗ ਖੜੀ ਹੋ ਗਈ ਤੇ ਅੱਖਾਂ 'ਚੋਂ ਹੰਝੂ ਆਈ ਜਾ ਰਹੇ ਸਨ। ਉਸਨੂੰ ਸਾਰਾ ਰੌਲਾ ਸੁਣਨਾ ਬੰਦ ਹੋ ਗਿਆ ਸੀ। ਫਿਰ ਅਚਾਨਕ ਉਸਦੇ ਕੰਨਾਂ 'ਚ ਸਾਰੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਜਸਮੀਤ ਗੁਰਜੋਤ ਵੱਲ ਭੱਜੀ ਤੇ ਉਸਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਉਸਨੂੰ ਪਤਾ ਨਹੀਂ ਸੀ ਕਿ ਉਹ ਕੀ ਕਰ ਰਹੀ ਹੈ ਅਤੇ ਤਿੰਨੋਂ ਚਾਕੂ ਨਾਲ ਹਮਲਾ ਕਰਕੇ ਫਰਾਰ ਹੋ ਗਏ ਸਨ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਗੁਰਜੋਤ ਨੇ ਦਮ ਤੋੜ ਦਿੱਤਾ ਤੇ ਜਸਮੀਤ ਦਾ ਜਿਵੇਂ ਸਾਰਾ ਸੰਸਾਰ ਖਤਮ ਹੋ ਚੁੱਕਾ ਸੀ। ਜਦੋਂ ਤੱਕ ਉਹ ਹਸਪਤਾਲ ਪਹੁੰਚੀ ਉਸ ਦੀ ਮੌਤ ਹੋ ਚੁੱਕੀ ਸੀ। ਇਸ ਗੱਲ ਦਾ ਸਦਮਾ ਜਸਮੀਤ ਨੂੰ ਅੰਦਰ ਹੀ ਅੰਦਰ ਖਾ ਗਿਆ। ਇਸ ਤੋਂ ਬਾਅਦ ਪਤਾ ਨਹੀਂ ਕਿੰਨੇ ਮਹੀਨੇ ਉਹ ਇਸ ਤਰ੍ਹਾਂ ਰਹੀ। ਉਹ ਹਰ ਆਵਾਜ਼ ਤੇ ਡਰ ਜਾਂਦੀ ਸੀ। ਉਸ ਦਾ ਕਾਫੀ ਸਮਾਂ ਮਨੋਰੋਗ ਕੇਂਦਰ ਵਿੱਚ ਇਲਾਜ ਕਰਵਾਉਣ 'ਚ ਬੀਤਿਆ। ਉਸ ਤੋਂ ਬਾਅਦ ਉਹ ਥੋੜਾ ਬੋਲਣ ਲੱਗੀ ਅਤੇ ਜਦੋਂ ਉਹ ਬੋਲਣ ਲੱਗੀ ਤਾਂ ਹਰ ਗੱਲ ਨੂੰ ਯਾਦ ਕਰਕੇ ਬਹੁਤ ਰੋਂਦੀ। ਉਹ ਇਹੀ ਕਹਿੰਦੀ ਕਿ ਲਾਲ ਰੰਗ ਮੇਰੀ ਜ਼ਿੰਦਗੀ ਵਿੱਚ ਕੈਂਸਰ ਬਣ ਗਿਆ ਹੈ। ਜੇ ਮੈਂ ਜ਼ਿੱਦ ਨਾ ਕੀਤੀ ਹੁੰਦੀ ਤਾਂ ਸ਼ਾਇਦ, ਬਸ ਇੰਨਾ ਕਹਿ ਕੇ ਉਹ ਹਰ ਵਾਰ ਰੋਣ ਲੱਗ ਜਾਂਦੀ ਸੀ। ਇਸ ਦੌਰਾਨ ਪੁਲਿਸ ਵਾਲਿਆਂ ਨੇ ਆ ਕੇ ਦੱਸਿਆ ਕਿ ਗੁਰਜੋਤ ਦੇ ਕਾਤਿਲ ਫੜੇ ਗਏ ਹਨ, ਪਰ ਉਹ ਗੁਰਜੋਤ ਨੂੰ ਮਾਰਨ ਨਹੀਂ ਆਏ ਸਨ। ਉਹ ਪੁਰਾਣੀ ਦੁਸ਼ਮਣੀ ਦਾ ਬਦਲਾ ਲੈਣ ਲਈ ਮਨਮੀਤ ਨੂੰ ਮਾਰਨ ਆਏ ਸਨ। ਗੁਰਜੋਤ ਨੂੰ ਹੋਲੀ ਦੇ ਰੰਗਾਂ ਵਿੱਚ ਰੰਗੇ ਚਿਹਰਿਆਂ ਕਾਰਨ ਮਨਮੀਤ ਦੀ ਬਜਾਏ ਗਲਤੀ ਨਾਲ ਮਾਰ ਦਿੱਤਾ ਗਿਆ ਸੀ ਗੁਰਜੋਤ ਨੂੰ। ਅਤੇ ਮਨਮੀਤ ਕੌਣ? ਇਹ ਕੋਈ ਨਹੀਂ ਜਾਣਦਾ ਉਹ ਕੌਣ ਸੀ ਜੋ ਆਪਣੀ ਜਾਨ ਬਚਾਉਣ ਲਈ ਹੋਲੀ ਦੀ ਭੀੜ ਵਿੱਚ ਸ਼ਾਮਲ ਹੋ ਗਿਆ ਸੀ। ਪਰ ਮੇਰੇ ਗੁਰਜੋਤ ਨੂੰ ਪਤਾ ਸੀ ਕਿ ਮਨਮੀਤ ਨੂੰ ਮਾਰਨ ਆਏ ਸੀ, ਜਾਂ ਮਨਮੀਤ ਨੂੰ ਪਤਾ ਮੇਰੇ ਗੁਰਜੋਤ ਦਾ ਕੋਈ ਕਸੂਰ ਨਹੀਂ ਸੀ, ਹੈ ਨਾ? ਫਿਰ ਜਸਮੀਤ ਗੁਰਜੋਤ ਨੂੰ ਯਾਦ ਕਰ ਵਾਪਸ ਉਸੇ ਸਮੇਂ ਚਲੀ ਜਾਂਦੀ ਤੇ ਉਸਨੂੰ ਦੁਬਾਰਾ ਹਸਪਤਾਲ ਦਾਖਲ ਕਰਵਾਉਣਾ ਪੈਂਦਾ। ਇਹ ਸਾਰੀਆਂ ਗੱਲਾਂ ਉਸਦੇ ਦਿਮਾਗ 'ਚ ਫਿਲਮ ਦੀ ਰੀਲ ਵਾਂਗ ਚੱਲ ਰਹੀਆਂ ਸਨ। ਹਰ ਸੀਨ ਕਿਸੇ ਫਿਲਮ ਦੀ ਤਰ੍ਹਾਂ ਸੀ ਅਤੇ ਜਸਮੀਤ ਇਹਨਾਂ ਦਰਦਨਾਕ ਯਾਦਾਂ ਦੀ ਪਕੜ ਵਿੱਚ ਹੰਝੂਆਂ ਵਿੱਚ ਡੁੱਬੀ ਹੋਈ ਸੀ। ਫਿਰ ਉਸਨੂੰ ਮਹਿਸੂਸ ਹੋਇਆ ਕਿ ਕੋਈ ਦਰਵਾਜ਼ਾ ਖੜਕਾ ਰਿਹਾ ਹੈ। ਉਹ ਡਰ ਗਈ। ਉਹ ਇੱਕ ਕੋਨੇ ਵਿੱਚ ਬੈਠ ਗਈ। ਕਾਫੀ ਦੇਰ ਤੱਕ ਦਰਵਾਜ਼ਾ ਖੜਕਾਇਆ ਜਾ ਰਿਹਾ ਸੀ, ਪਰ ਯਾਦਾਂ ਵਿੱਚ ਡੁੱਬੀ ਜਸਮੀਤ, ਜਾਂ ਗਮ ਦੇ ਹੰਝੂਆਂ 'ਚ ਡੁੱਬੀ ਕਹਿ ਲਓ, ਨੀਂਦ ਤੋਂ ਜਾਗ ਪਈ। ਆਪਣੇ ਆਪ ਨੂੰ ਸੰਭਾਲਦੀ ਤੇ ਯਾਦਾਂ ਨੂੰ ਇਕੱਠਾ ਕਰਦੇ ਹੋਏ ਉਹ ਕੋਨੇ ਵਿੱਚ ਬੈਠੀ ਸੀ ਅਤੇ ਉਸ ਕਮਰੇ ਦਾ ਕੋਨਾ ਉਸ ਵਾਸਤੇ ਬਹੁਤ ਵੱਡਾ ਹਾਲ ਬਣਦਾ ਜਾ ਰਿਹਾ ਸੀ। ਉਹ ਆਪਣੇ ਆਪ 'ਚ ਇਕੱਠੀ ਹੋਈ ਜਾ ਰਹੀ ਸੀ। ਉਦੋਂ ਹੀ ਉਸਨੂੰ ਗਿੱਲ ਸਾਹਿਬ ਦੀ ਆਵਾਜ਼ ਸੁਣਾਈ ਦਿੱਤੀ, ਜਸਮੀਤ ਪੁੱਤਰ, ਦਰਵਾਜ਼ਾ ਖੋਲ੍ਹੋ, ਦੇਖ ਮੈਂ ਬਾਹਰ ਹਾਂ। ਜਦੋਂ ਜਸਮੀਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਸੋਚਿਆ ਕਿ ਮੈਂ ਵੀ ਬੇਵਕੂਫ ਹੀ ਸੀ। ਇਹ ਤਾਂ ਡੈਡੀ ਜੀ ਸਨ ਤੇ ਉਹਨਾਂ ਦੇ ਹੱਥਾਂ 'ਚ ਗੁਲਾਲ ਸੀ। ਜਸਮੀਤ ਗੁਲਾਲ ਦੇਖ ਕੇ ਡਰ ਗਈ ਤਾਂ ਗਿੱਲ ਸਾਹਿਬ ਨੇ ਕਿਹਾ, ਦੇਖੋ ਬੇਟਾ, ਮੈਂ ਜਾਣਦਾ ਹਾਂ ਤੁਸੀਂ ਗੁਰਜੋਤ ਨੂੰ ਗਵਾ ਦਿੱਤਾ ਹੈ, ਪਰ ਇਹ ਵੀ ਸੋਚੋ ਕਿ ਇਹ ਮੇਰਾ ਵੀ ਇੱਕੋ ਹੀ ਪੁੱਤਰ ਸੀ, ਹੈ ਨਾ? ਮੈਂ ਵੀ ਆਪਣਾ ਪੁੱਤਰ ਗਵਾ ਲਿਆ ਹੈ ਬੇਟਾ। ਉਹ ਤਾਂ ਚਲਾ ਗਿਆ ਹੈ, ਪਰ ਹੁਣੇ ਜੇ ਤੁਸੀਂ ਇਸ ਤਰ੍ਹਾਂ ਰਹੇ ਤਾਂ ਉਸਦੀ ਆਤਮਾ ਨੂੰ ਬਹੁਤ ਦੁੱਖ ਹੋਵੇਗਾ। ਨਹੀਂ ਪੁੱਤ, ਜ਼ਿੰਦਗੀ ਇਸ ਤਰ੍ਹਾਂ ਨਹੀਂ ਲੰਘਦੀ। ਆਜਾ ਪੁੱਤਰ, ਤੂੰ ਤਾਂ ਮੇਰੀ ਨੂੰਹ ਰਾਣੀ ਹੈ, ਮੇਰੀ ਧੀ ਹੈ। ਮੈਂ ਆਪਣੀ ਧੀ ਨਾਲ ਹੋਲੀ ਖੇਡਾਂਗਾ। ਜਦੋਂ ਗਿੱਲ ਸਾਹਿਬ ਨੇ ਜਸਮੀਤ ਦੇ ਮੱਥੇ ਤੇ ਗੁਲਾਲ ਦਾ ਛੋਟਾ ਤਿਲਕ ਲਗਾਇਆ ਤਾਂ ਜਸਮੀਤ ਦਾ ਅੰਦਰਲਾ ਤੂਫਾਨ ਸਾਰਾ ਖੁੱਲ੍ਹ ਕੇ ਬਾਹਰ ਆ ਗਿਆ। ਉਹਦਾ ਸਬਰ ਕੱਚੇ ਪੁੱਲ ਵਾਂਗ ਟੁੱਟ ਗਿਆ। ਉਹ ਗਿੱਲ ਸਾਹਿਬ ਦੇ ਮੋਢੇ ਤੇ ਸਿਰ ਰੱਖ ਕੇ ਬਹੁਤ ਦੇਰ ਤੱਕ ਰੋਂਦੀ ਰਹੀ ਅਤੇ ਇੱਥੇ ਗਿੱਲ ਸਾਹਿਬ ਨੂੰ ਆਪਣੀ ਨੂੰਹ, ਆਪਣੀ ਧੀ ਵਾਪਸ ਮਿਲ ਗਈ। ਮੈਨੂੰ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਕਿਰਪਾ ਕਰਕੇ ਮੇਰੇ ਚੈਨਲ ਨਿਊ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਕਹਾਣੀ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਬਹੁਤ ਧੰਨਵਾਦ। ਰੱਬ ਰਾਖਾ।